ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ਼੍ਰੀ ਚੰਦਰ ਜੀ ਦੇ ਇਤਿਹਾਸਕ ਸਥਾਨ ਨਾਨਕ ਚੱਕ ਬਾਰੇ ਦੱਸਣ ਜਾ ਰਹੇ ਹਾਂ। ਉਸ ਸਮੇਂ ਇਹ ਸਥਾਨ ਬੜੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਸੀ, ਜਿੱਥੇ ਬਾਬਾ ਸ਼੍ਰੀ ਚੰਦਰ ਜੀ ਨੇ ਧੂਣਾ ਲਗਾਇਆ। ਇਸ ਸਥਾਨ ਤੇ ਭਾਈ ਕਮਲੀਆ ਜੀ ਅਤੇ ਬਾਬਾ ਸ਼੍ਰੀ ਚੰਦਰ ਜੀ ਨਿਵਾਸ ਕਰਦੇ ਸਨ। ਇਹ ਸਥਾਨ ਜ਼ਿਲ੍ਹਾ ਗੁਰਦਾਸਪੁਰ ਤੋਂ 9 ਮੀਲ ਦੀ ਦੂਰੀ ਤੇ ਸਥਿਤ ਹੈ। ਪਹਿਲਾਂ ਇਸ ਸਥਾਨ ਨੂੰ ਕਾਦਰਾਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਪਰ ਹੁਣ ਇਸ ਦਾ ਨਾਮ ਨਾਨਕ ਚੱਕ ਪੈ ਚੁੱਕਾ ਹੈ। ਮਹਾਰਾਜਾ ਜਹਾਂਗੀਰ ਨੇ 700 ਕਿੱਲਾ ਜ਼ਮੀਨ ਬਾਬਾ ਸ਼੍ਰੀ ਚੰਦਰ ਜੀ ਦੇ ਨਾਮ ਤੇ ਲਗਵਾਈ ਸੀ, ਜੋ ਵੀ ਅੱਜ ਵੀ ਮੌਜੂਦ ਹੈ। ਬਾਬਾ ਸ਼੍ਰੀ ਚੰਦਰ ਜੀ ਦੇ ਬਾਰੇ ਸੁਣ ਕੇ ਜਹਾਂਗੀਰ ਨੇ ਕਿਹਾ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ, ਉਹਨਾਂ ਨੂੰ ਮੇਰੇ ਪਾਸ ਲੈ ਕੇ ਆਓ। ਬਾਦਸ਼ਾਹ ਦੇ ਸੈਨਿਕ ਬਾਬਾ ਸ਼੍ਰੀ ਚੰਦਰ ਜੀ ਕੋਲ ਸਫ਼ਰ ਕਰਕੇ ਪਹੁੰਚੇ। ਬਾਦਸ਼ਾਹ ਨੇ ਖਾਸ ਹਾਥੀ ਬਾਬਾ ਸ਼੍ਰੀ ਚੰਦਰ ਜੀ ਦੀ ਸਵਾਰੀ ਵਾਸਤੇ ਭੇਜਿਆ। ਉਹਨਾਂ ਨੇ ਕਿਹਾ ਕਿ ਬਾਬਾ ਜੀ ਨੂੰ ਇਸ ਉੱਤੇ ਬਿਠਾ ਕੇ ਲੈ ਕੇ ਆਓ। ਉੱਥੇ ਪਹੁੰਚ ਕੇ ਸੈਨਿਕਾਂ ਨੇ ਬਾਬਾ ਸ਼੍ਰੀ ਚੰਦਰ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਨਾਲ ਚੱਲੋ, ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਬਾਬਾ ਸ਼੍ਰੀ ਚੰਦਰ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪਹਿਲਾਂ ਸਾਡੀ ਲੋਈ ਹਾਥੀ ਉੱਪਰ ਰੱਖੋ, ਬਾਅਦ ਦੇ ਵਿੱਚ ਅਸੀਂ ਆਉਂਦੇ ਹਾਂ। ਜਦੋਂ ਲੋਈ ਹਾਥੀ ਉੱਪਰ ਰੱਖੀ ਗਈ ਤਾਂ ਹਾਥੀ ਉਸਦਾ ਭਾਰ ਸਹਾਰ ਨਾ ਸਕਿਆ ਅਤੇ ਜ਼ਮੀਨ ਵਿੱਚ ਧੱਸ ਗਿਆ ਅਤੇ ਬੈਠ ਗਿਆ। ਸਾਰੇ ਸੈਨਿਕ ਹੈਰਾਨ ਰਹਿ ਗਏ ਕਿ ਇਹ ਕੀ ਹੋ ਰਿਹਾ ਹੈ। ਲੋਈ ਤਾਂ ਹੌਲੀ ਜਿਹੀ ਸੀ, ਪਰ ਇਸ ਹਾਥੀ ਇਸ ਦਾ ਭਾਰ ਚੁੱਕ ਕਿਉਂ ਨਹੀਂ ਪਾ ਰਿਹਾ। ਬਾਬਾ ਸ਼੍ਰੀ ਚੰਦਰ ਜੀ ਦੇ ਕਹਿਣ ਤੇ ਲੋਈ ਹਾਥੀ ਉੱਤੋਂ ਉਤਾਰੀ ਗਈ। ਹਾਥੀ ਫਿਰ ਝਟਪਟ ਖੜਾ ਹੋ ਗਿਆ। ਬਾਬਾ ਸ਼੍ਰੀ ਚੰਦਰ ਜੀ ਮੁਸਕਰਾਉਂਦੇ ਹੋਏ ਕਿਹਾ ਕਿ ਤੁਸੀਂ ਚਲੋ, ਅਸੀਂ ਬਾਅਦ ਵਿੱਚ ਆਉਂਦੇ ਹਾਂ। ਬਾਬਾ ਸ਼੍ਰੀ ਚੰਦਰ ਜੀ ਨੇ ਸਾਰੇ ਸੈਨਿਕਾਂ ਨੂੰ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਤੁਸੀਂ ਚਲੋ, ਅਸੀਂ ਤੁਹਾਡੇ ਪਿੱਛੇ ਪਹਿਲਾਂ ਪਹੁੰਚ ਜਾਵਾਂਗੇ। ਬਾਬਾ ਸ਼੍ਰੀ ਚੰਦਰ ਜੀ ਉਹਨਾਂ ਦੇ ਜਾਣ ਤੋਂ ਬਾਅਦ ਹਵਾ ਰੂਪ ਹੋ ਕੇ ਉਹਨਾਂ ਤੋਂ ਪਹਿਲਾਂ ਲਾਹੌਰ ਪਹੁੰਚ ਗਏ, ਜਿੱਥੇ ਜਹਾਂਗੀਰ ਬਾਦਸ਼ਾਹ ਰਹਿੰਦਾ ਸੀ। ਦਰਬਾਰ ਵਿੱਚ ਪਹੁੰਚਦਿਆਂ ਹੀ ਬਾਦਸ਼ਾਹ ਨੇ ਬਾਬਾ ਸ਼੍ਰੀ ਚੰਦਰ ਜੀ ਦਾ ਬਹੁਤ ਸਵਾਗਤ ਕੀਤਾ ਅਤੇ ਉਹਨਾਂ ਨੂੰ ਤਖਤ ਉੱਤੇ ਬਿਠਾ ਦਿੱਤਾ। ਜਹਾਂਗੀਰ ਬਾਬਾ ਸ਼੍ਰੀ ਚੰਦਰ ਜੀ ਨਾਲ ਵਿਚਾਰ ਕਰ ਰਹੇ ਸਨ। ਉਸੇ ਸਮੇਂ ਇੱਕ ਨੌਕਰ ਬਾਦਸ਼ਾਹ ਕੋਲ ਦੌੜਦਾ ਆਇਆ ਅਤੇ ਬੋਲਿਆ, ਮਹਾਰਾਜ, ਤੁਹਾਡਾ ਬੇਟਾ ਜੋ ਕਿ ਕੋਠੇ ਉੱਤੇ ਪਤੰਗ ਚੜ੍ਹਾ ਰਿਹਾ ਸੀ, ਡਿੱਗ ਕੇ ਮਰ ਗਿਆ ਹੈ। ਇਹ ਸੁਣ ਕੇ ਰਾਜਾ ਬਹੁਤ ਹੈਰਾਨ ਰਹਿ ਗਿਆ ਅਤੇ ਉਸ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਇਹ ਸੁਣ ਕੇ ਉਹ ਬਹੁਤ ਤੇਜ਼ੀ ਨਾਲ ਦੌੜਦਾ ਆਪਣੇ ਪੁੱਤਰ ਕੋਲ ਚਲਾ ਗਿਆ। ਜਦੋਂ ਰਾਜਾ ਆਪਣੇ ਪੁੱਤਰ ਕੋਲ ਪਹੁੰਚਿਆ, ਉਸਨੇ ਦੇਖਿਆ ਕਿ ਉਸਦਾ ਬੇਟਾ ਜੋ ਕਿ ਜ਼ਮੀਨ ਉੱਤੇ ਮਰਿਆ ਹੋਇਆ ਪਿਆ ਹੋਇਆ ਸੀ। ਰਾਜੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਉਸਦਾ ਦਿਲ ਟੁੱਟ ਚੁੱਕਾ ਸੀ। ਉਸੇ ਸਮੇਂ ਇੱਕ ਉਸਦੀ ਦਾਸੀ ਨੇ ਮਹਾਰਾਣੀ ਅਤੇ ਮਹਾਰਾਜ ਨੂੰ ਕਿਹਾ ਕਿ ਤੁਹਾਡੇ ਘਰ ਤਾਂ ਭਗਵਾਨ ਆਏ ਹੋਏ ਹਨ, ਉਹਨਾਂ ਅੱਗੇ ਫਰਿਆਦ ਕਰੋ, ਸ਼ਾਇਦ ਉਹ ਕੋਈ ਕਰਾਮਾਤ ਕਰ ਦੇਣ। ਰਾਜਾ ਬਹੁਤ ਤੇਜ਼ੀ ਨਾਲ ਦੌੜਦਾ ਬਾਬਾ ਸ਼੍ਰੀ ਚੰਦਰ ਜੀ ਕੋਲ ਗਿਆ ਅਤੇ ਸੈਨਿਕਾਂ ਨੂੰ ਕਿਹਾ ਕਿ ਉਸਦੇ ਪੁੱਤਰ ਨੂੰ ਲੈ ਕੇ ਆਉਣ। ਹੁਕਮ ਸੁਣਦੇ ਹੀ ਸੈਨਿਕ ਮਹਾਰਾਜਾ ਦੇ ਪੁੱਤਰ ਨੂੰ ਬਾਬਾ ਸ਼੍ਰੀ ਚੰਦਰ ਜੀ ਕੋਲ ਲੈ ਆਏ ਅਤੇ ਬਾਬਾ ਸ਼੍ਰੀ ਚੰਦਰ ਜੀ ਦੇ ਅੱਗੇ ਲਿਟਾ ਦਿੱਤਾ। ਮਹਾਰਾਜਾ ਨੇ ਬਾਬਾ ਸ਼੍ਰੀ ਚੰਦਰ ਜੀ ਅੱਗੇ ਰੋਂਦੇ ਹੋਏ ਫਰਿਆਦ ਕੀਤੀ ਕਿ ਹੇ ਕਿਰਪਾ ਦੇ ਸਾਈਂ, ਮਿਹਰ ਕਰੋ, ਮੇਰੇ ਬੱਚੇ ਨੂੰ ਜੀਵਨ ਦਾਨ ਦਿਓ। ਬਾਬਾ ਸ਼੍ਰੀ ਚੰਦਰ ਜੀ ਨੂੰ ਰਾਜੇ ਉੱਤੇ ਤਰਸ ਆ ਗਿਆ। ਉਹਨਾਂ ਨੇ ਆਪਣੇ ਕਰਮੰਡਲ ਵਿੱਚੋਂ ਪਾਣੀ ਲੈ ਕੇ ਬੱਚੇ ਦੇ ਉੱਪਰ ਸਿੱਟੇ ਮਾਰੇ ਅਤੇ ਕਿਹਾ, ਉੱਠ ਬੱਚਾ, ਉੱਠ ਕੇ ਗੁੱਡੀ ਉਡਾ। ਫਿਰ ਕੀ ਸੀ, ਬੱਚਾ ਇੱਕਦਮ ਉੱਠ ਗਿਆ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ। ਸਾਰੇ ਵਜ਼ੀਰ ਮੰਤਰੀ ਰਾਜੇ ਨੂੰ ਵਧਾਈਆਂ ਦੇਣ ਲੱਗ ਪਏ ਅਤੇ ਖੁਸ਼ੀ ਮਨਾਉਣ ਲੱਗ ਪਏ। ਰਾਣੀ ਵੀ ਖੁਸ਼ੀਆਂ ਮਨਾ ਰਹੀ ਸੀ, ਆਪਣੇ ਬੇਟੇ ਨੂੰ ਜਿੰਦਾ ਹੋਣ ਦੀ ਖੁਸ਼ੀ ਵਿੱਚ। ਬਾਅਦ ਵਿੱਚ ਉਹਨਾਂ ਨੇ ਦੇਖਿਆ ਕਿ ਬਾਬਾ ਸ਼੍ਰੀ ਚੰਦਰ ਜੀ ਜੋ ਕਿ ਅਲੋਪ ਹੋ ਚੁੱਕੇ ਸਨ। ਰਾਣੀ ਬਹੁਤ ਉਦਾਸ ਹੋਈ ਕਿਉਂਕਿ ਉਹ ਬਾਬਾ ਜੀ ਨੂੰ ਮਿਲਣਾ ਚਾਹੁੰਦੀ ਸੀ। ਉਹਨਾਂ ਦੇ ਉਹ ਦਰਸ਼ਨ ਨਹੀਂ ਕਰ ਸਕੀ। ਉਸਨੇ ਰਾਜੇ ਨੂੰ ਕਿਹਾ ਕਿ ਉਹ ਬਾਬਾ ਜੀ ਦੇ ਜ਼ਰੂਰ ਦਰਸ਼ਨ ਕਰਨਾ ਚਾਹੁੰਦੇ ਹਨ, ਕਿਉਂਕਿ ਉਹਨਾਂ ਨੇ ਉਹਨਾਂ ਦੇ ਪੁੱਤਰ ਨੂੰ ਜੀਵਨ ਦਾਨ ਦਿੱਤਾ ਹੈ। ਉਹਨਾਂ ਤੋਂ ਮਹਾਨ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਮੇਰੇ ਬੱਚੇ ਨੂੰ ਜੀਵਨ ਦਾਨ ਦਿੱਤਾ ਹੈ। ਮੰਤਰੀਆਂ ਨੇ ਕਿਹਾ ਕਿ ਬਾਬਾ ਜੀ ਕਾਦਰਾਬਾਦ ਵਿਖੇ ਰਹਿੰਦੇ ਹਨ, ਉਹ ਉਹਨਾਂ ਦੇ ਦਰਸ਼ਨ ਕਰਨ ਲਈ ਉੱਥੇ ਜਾ ਸਕਦੇ ਹਨ। ਇੱਕ ਦਿਨ ਮਹਾਰਾਜਾ ਅਤੇ ਉਹਨਾਂ ਦੀਆਂ ਰਾਣੀਆਂ ਸਾਰੇ ਹੀਰੇ ਜਵਾਹਰਾਤ ਲੈ ਕੇ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨ ਲਈ ਚੱਲ ਪਏ।
ਉਹ ਕੁਝ ਦਿਨਾਂ ਦੀ ਯਾਤਰਾ ਤੋਂ ਬਾਅਦ ਕਾਦਰਾਬਾਦ ਪਹੁੰਚੇ, ਜਿੱਥੇ ਬਾਬਾ ਸ਼੍ਰੀ ਚੰਦਰ ਜੀ ਧੂਣੀ ਲਾ ਕੇ ਬੈਠੇ ਹੋਏ ਸਨ। ਉਹਨਾਂ ਨੇ ਬਾਬਾ ਸ਼੍ਰੀ ਚੰਦਰ ਜੀ ਨੂੰ ਲਿਆਂਦੇ ਹੋਏ ਜਵਾਹਰਾਤ ਭੇਂਟ ਕੀਤੇ। ਬਾਬਾ ਸ਼੍ਰੀ ਚੰਦਰ ਜੀ ਨੇ ਕੀਮਤੀ ਜਵਾਹਰਾਤ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, ਅਸੀਂ ਤਾਂ ਸਾਧੂ ਹਾਂ, ਇਹ ਜਵਾਹਰਾਤ ਸਾਡੇ ਕਿਸ ਕੰਮ ਦੇ? ਅਸੀਂ ਤਾਂ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਵਾਲੇ ਹਾਂ, ਇਹ ਦੁਨਿਆਵੀ ਚੀਜ਼ਾਂ ਸਾਡੇ ਕਿਸ ਕੰਮ ਦੀਆਂ? ਇਹ ਸੁਣ ਕੇ ਰਾਣੀਆਂ ਅਤੇ ਰਾਜਾ ਉਦਾਸ ਹੋ ਗਏ ਅਤੇ ਉਹਨਾਂ ਨੇ ਬਾਬਾ ਸ਼੍ਰੀ ਚੰਦਰ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜ਼ਰੂਰ ਸਾਡੇ ਕੋਲੋਂ ਕੁਛ ਨਾ ਕੁਛ ਭੇਟਾ ਲਵੋ। ਬਾਬਾ ਸ਼੍ਰੀ ਚੰਦਰ ਜੀ ਦੇ ਇਨਕਾਰ ਕਰਨ 'ਤੇ ਮਹਾਰਾਜਾ ਜਹਾਂਗੀਰ ਨੇ ਬਾਬਾ ਧਰਮਚੰਦ ਜੀ ਦੇ ਨਾਮ 'ਤੇ 700 ਕਿੱਲਾ ਜ਼ਮੀਨ ਲਗਾ ਦਿੱਤੀ ਗਊਆਂ ਚਰਨ ਲਈ। ਇਹ ਜ਼ਮੀਨ ਅੱਜ ਵੀ ਮੌਜੂਦ ਹੈ, ਜੋ ਕਿ ਡੇਰਾ ਬਾਬਾ ਨਾਨਕ ਦੇ ਕੋਲ ਨਾਨਕ ਚੱਕ ਵਿਖੇ ਸਥਿਤ ਹੈ। ਇਸ ਤਰ੍ਹਾਂ ਦੀਆਂ ਬਾਬਾ ਸ਼੍ਰੀ ਚੰਦਰ ਜੀ ਦੀਆਂ ਸੱਚੀਆਂ ਘਟਨਾਵਾਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।